ਸਤਿ ਸ਼੍ਰੀ ਅਕਾਲ। ਵਿਆਹ ਕਰਾ ਲਿਆ, ਕੁੜੀ ਨੂੰ ਆਪਣੇ ਘਰ ਰੱਖਿਆ ਹੋਇਆ ਵਿਆਹ ਤੋਂ ਬਾਅਦ। ਤੇ ਮੈਂ ਸਵਾਲ ਪੁੱਛਦਾ ਕਿ ਕਿਆ ਤੁਹਾਡੇ ਮੀਆਂ ਬੀਬੀ ਵਾਲੇ ਰਿਲੇਸ਼ਨ ਬਣੇ? ਬਟ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਕਿ NRI ਦੇ ਖਿਲਾਫ ਵਕੀਲ ਕੀ ਚੀਜ਼ ਹੈ? ਮੈਂ ਫਿਰ ਬੇਨਤੀ ਤੁਹਾਨੂੰ ਸਵਾਲ ਕਰਦਾ ਕਿ ਬੀਬਾ ਜੇ ਤੇਰੇ ਅੰਦਰ ਚੋਰ ਨਹੀਂ, ਕਾਲ ਡਿਟੇਲ ਦੇ, ਕਿੰਨੀ ਵਾਰੀ ਉਹਦੀਆਂ ਚੈਟਾਂ ਨੂੰ ਲਾਈਕ ਕੀਤਾ ਯੋ ਦੱਸ ਆਪਣੇ। ਪਰ ਜਦੋਂ ਜੇ ਬੇਅੰਤ ਕੌਰ ਨੇ ਉਹਦੇ ਵਿੱਚ ਆਪਣੇ ਆਪ ਨੂੰ ਕੁਆਰਾ ਲਿਖਿਆ ਹੈ, ਜੋ ਕਿ ਲਿਖਿਆ ਤੇ ਉੱਥੇ ਅਸੀਂ ਵੇਖ ਰਹੇ ਹਾਂ ਜੀ ਫੋਕਸ ਸ਼ੋ ਦਾ ਖਾਸ ਸ਼ੋ ਫੋਕਸ ਲਾਅ ਸੋ ਕਾਨੂੰਨ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਹਰ ਵਾਰ ਇਸ ਸ਼ੋ ਦੇ ਰਾਹੀਂ ਸਾਂਝੀ ਕਰਦੇ ਹੁੰਦੇ ਹਾਂ। ਮੇਰੇ ਨਾਲ ਮੇਰਾ ਸਾਥ ਦਿੰਦੇ ਹੁੰਦੇ ਨੇ ਜੀ ਸੁਪਰੀਮ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸੁਨੀਲ ਮੱਲਾ ਜੀ। ਸਵਾਗਤ ਕਰ ਲੈਂਦੇ ਹਾਂ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਵਧੀਆ ਚਾਹੀਦੇ ਨੇ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ। ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ। ਤੁਹਾਡੀ ਪੰਚਾਇਤ 'ਚ, ਤੁਹਾਡੀ ਕਚਹਿਰੀ ਦੇ 'ਚ ਅਸੀਂ ਹਾਜ਼ਰ ਹੁੰਦੇ ਹਾਂ। ਤੁਹਾਡੇ ਵਿੱਚ ਕੋਈ ਵੀ ਸਵਾਲ ਹੁੰਦਾ ਜੀ, ਆਪਣਾ ਸਵਾਲ ਬੇਝਿਜਕ ਡਿਸਕਸ ਕਰਿਆ ਕਰੋ। ਕਾਨੂੰਨ ਨਾਲ ਜੁੜਿਆ ਕੋਈ ਵੀ ਸਵਾਲ ਹੈ, ਵਿਦੇਸ਼ ਜਾਣਾ, ਵਿਦੇਸ਼ 'ਚ ਰਹਿੰਦੇ ਹੋ, ਕੋਈ ਪ੍ਰੋਬਲਮ ਆ ਰਹੀ ਹੈ, ਇੱਥੇ ਇੰਡੀਆ 'ਚ ਬੈਠੇ ਹੋ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਪਰਿਵਾਰਿਕ ਮੈਟਰ ਹੈਗਾ ਜਾਂ ਕਿਸੇ ਵੀ ਤਰੀਕੇ ਨਾਲ ਉਲਝੇ ਪਏ ਹੋ, ਕਿਸ ਤਰੀਕੇ ਨਾਲ ਉਸ ਉਲਝਣ 'ਚੋਂ ਨਿਕਲ ਸਕਦੇ ਹੋ, ਬਸ਼ਰਤੇ ਤੁਸੀਂ ਲੀਗਲ ਹੋਣੇ ਚਾਹੀਦੇ ਹੋ, ਤੁਹਾਡੇ ਵੱਲੋਂ ਤੁਸੀਂ ਸੱਚੇ ਹੋਣੇ ਚਾਹੀਦੇ ਹੋ। ਸੋ ਤੁਸੀਂ ਜਿਹੜੀ ਸਲਾਹ ਹੈ, ਫ੍ਰੀ ਦੀ ਸਲਾਹ ਸਾਡੇ ਸ਼ੋਅ ਦੇ ਵਿੱਚ ਕਾਲ ਕਰਕੇ ਆਪਣੀ ਸਲਾਹ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਪਿਛਲੇ ਸ਼ੋਅ ਦੇ ਵਿੱਚ ਅਸੀਂ ਕੀਤੀ ਸੀ ਸਵਰਗਵਾਸੀ ਲਵਪ੍ਰੀਤ ਸਿੰਘ ਦੇ ਮੈਟਰ ਦੇ ਉੱਤੇ ਜੁੜੀਆਂ ਜਿਹੜੀਆਂ ਗੱਲਾਂ ਬਾਤਾਂ ਨੇ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਸੀ ਜਿਹੜੀਆਂ ਹਲੇ ਰਹਿ ਗਈਆਂ ਸੀ, ਕਿਉਂਕਿ ਲਵਪ੍ਰੀਤ ਦੇ ਮੈਟਰ ਦੀ ਜਿਹੜੀ ਗੁੱਥੀ ਹੈ ਉਹ ਸੁਲਝਣ ਦਾ ਨਾਮ ਨਹੀਂ ਲੈ ਰਹੀ, ਉਹ ਲਗਾਤਾਰ ਹੋਰ ਉਲਝਦੀ ਹੋਈ ਨਜ਼ਰ ਆ ਰਹੀ ਹੈ। ਤੇ ਵਕੀਲ ਸਾਹਿਬ ਵੱਲੋਂ ਨਵੇਂ ਜਿਹੜੇ ਪ੍ਰਯਾਸ ਹੈ ਉਹ ਕੀਤੇ ਜਾ ਰਹੇ ਨੇ। ਅਸੀਂ ਗੱਲ ਕਰ ਰਹੇ ਸੀ ਪਿਛਲੇ ਸ਼ੋਅ 'ਚ ਹਾਈ ਸਿਕਿਉਰਿਟੀ ਦੀ, ਹੈ ਨਾ, ਪਾਸਵਰਡ ਚੇਂਜ ਕਰਨ ਦੀ ਕੋਈ ਗੱਲ ਹੋਈ ਸੀ। ਸੋ ਫਿਰ ਉਸ ਤੋਂ ਬਾਅਦ ਅਗਲਾ ਉਹਦਾ ਕੀ ਸਟੈਪ ਹੋਇਆ, ਹੁਣ ਅੱਗੇ ਉਹਦਾ ਕੀ ਹੱਲ ਨਿਕਲੂਗਾ ਤੇ ਤੁਹਾਡੇ ਵੱਲੋਂ ਅਗਲਾ ਕੀ ਜਿਹੜਾ ਪੈਰਿਆ ਚੁੱਕਿਆ ਜਾ ਰਿਹਾ? ਦੇਖੋ, ਤਾਲੇ ਕੋਈ ਜਿੰਨੇ ਮਰਜ਼ੀ ਲਾਵੇ, ਉਹਦੀ ਚਾਬੀ ਸਰਕਾਰ ਕੋਲ ਤੇ ਹੈਗੀ ਹੋਈ ਹੈ। ਸੋ ਸਾਨੂੰ ਕੋਈ ਫਰਕ ਨਹੀਂ ਪਿਆ। ਸਿਰਫ ਇਹ ਹੈ ਕਿ ਜਿਹੜੀ ਇਨਫੋਰਮੇਸ਼ਨ ਅੱਜ ਆਉਣੀ ਹੈ ਉਹ ਸਰਕਾਰ ਦੇ ਥਰੂ 2 ਮਹੀਨੇ ਲੇਟ ਆ ਜਾਏਗੀ। ਪਰ ਜਦੋਂ ਜੇ ਬੇਅੰਤ ਕੌਰ ਨੇ ਉਹਦੇ ਵਿੱਚ ਆਪਣੇ ਆਪ ਨੂੰ ਕੁਆਰਾ ਲਿਖਿਆ ਹੈ, ਜੋ ਕਿ ਲਿਖਿਆ ਤੇ ਉੱਥੇ ਵਿਆਹ ਹੀ ਨਹੀਂ ਲਿਖਾ ਸਕਦੀ ਉਹਨੂੰ, ਕਿਉਂਕਿ ਉੱਥੇ ਤੁਸੀਂ ਜਿਹੜਾ ਵੀ ਕਾਗਜ਼ ਦੇ ਦਿੱਤਾ ਨਾ ਉਹ ਚੇਂਜ ਨਹੀਂ ਹੋਣਾ, ਉਹ ਲਾਈਫ ਟਾਈਮ ਚੇਂਜ ਨਹੀਂ ਹੋਣਾ। ਤੇ ਸਰਕਾਰ ਕੋਲ ਪਾਵਰ ਹੈ ਜਿਹੜਾ ਉਹ ਸਾਰੇ ਡਾਕੂਮੈਂਟ ਸਾਡੀ ਉਹਦੀ ਐਂਟਰੀ ਤੋਂ ਲੈ ਕੇ ਜਦੋਂ ਕੈਨੇਡਾ ਐਂਟਰ ਹੋਈ ਸੀ ਤੋਂ ਲੈ ਕੇ ਤੁਸੀਂ ਇੰਨੀ ਕੌਨਫੀਡੈਂਸ ਨਾਲ ਕਿਵੇਂ ਕਹਿ ਸਕਦੇ ਹੋ ਕਿ ਉਹਨੇ ਆਪਣੇ ਆਪ ਨੂੰ ਵਿਆਹੀ ਹੋਈ ਸ਼ੋ ਨਹੀਂ ਕੀਤਾ? ਕਿਉਂਕਿ ਪੈਸੇ ਵੀ ਲਵਪ੍ਰੀਤ ਦੇ ਪਰਿਵਾਰ ਵੱਲੋਂ ਲਵਾ ਕੇ ਗਈ ਹੈ ਤੇ ਕਾਗਜ਼ ਵੀ ਕਿਤੇ ਨਾ ਕਿਤੇ ਕੁਝ ਬਣੇ ਹੋਣਗੇ, ਫੋਟੋਜ਼ ਵੀ ਹੈਗੀਆਂ। ਕਿੱਦਾਂ ਇੰਨਾ ਕੌਨਫੀਡੈਂਸ ਆ ਰਿਹਾ ਕਿ ਕਿਸ ਆਧਾਰ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ? ਚੋਰ ਜਿਹੜਾ ਹੁੰਦਾ ਉਹਦੇ ਮੂੰਹ ਤੋਂ ਪਤਾ ਲੱਗ ਜਾਂਦਾ ਉਹ ਚੋਰੀ ਕਰ ਰਿਹਾ, ਬੋਲ ਨਹੀਂ ਰਿਹਾ ਹੁੰਦਾ। ਤੇ ਤਜਰਬਾ ਇਸੇ ਗੱਲ ਦੇ ਲੋਕ ਸਾਨੂੰ ਪੈਸੇ ਦਿੰਦੇ ਆ। ਉਸ ਸੱਚ ਨੂੰ ਕਢਾਉਣਾ ਕਿਵੇਂ ਹੈ, ਉਹਦੀ ਕੀਮਤ ਲੈਂਦੇ ਆ, ਹੋਰ ਅਸੀਂ ਗੱਲਾਂ ਹੀ ਕਰਦੇ ਆ। ਜਿੰਨੇ ਵੀ ਸਾਡੇ ਵਕੀਲ ਭੈਣ ਭਰਾ ਨੇ, ਜਿਹੜੇ ਵੀ ਕਾਬਲ ਅੱਜ ਤੱਕ ਜੇਠਮਲਾਨੀ ਸਰ ਹੋਏ ਨੇ, ਉਹਨਾਂ ਨੇ ਕੀ ਲੱਭਿਆ? ਉਹਨਾਂ ਨੇ ਸ਼ਾਇਦ ਜਿਹੜਾ ਅਕਿਊਜ਼ ਸੀ ਜਾਂ ਜਿਹੜਾ ਸਾਹਮਣੇ ਵਾਲਾ ਸੀ ਵੇਖਿਆ ਵੀ ਨਹੀਂ ਹੋਣਾ। ਉਹਨਾਂ ਦਾ ਐਕਸਪੀਰੀਅੰਸ ਇੰਨਾ ਜ਼ਿਆਦਾ ਹੋ ਗਿਆ, ਸੱਚ ਕਢਾਇਆ ਵਾ। ਅੱਖਾਂ ਚੱਖਾਂ ਕਹਿੰਦੇ ਅੱਖ ਨਾਲ ਸੁੱਟ ਲਈ ਥੱਲੇ, ਉਹ ਵਾਲਾ ਹਿਸਾਬ ਹੈ ਸਾਡਾ। ਤੇ ਅਸੀਂ ਤਾਂ ਸੁੱਟ ਲੈਂਦੇ ਆ, ਫਿਰ ਰਾਜਾ ਵੀ ਪੁੱਤ। ਦੇਖੋ, ਚੋਰ ਨਾ ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ। ਇਸੇ ਤਰ੍ਹਾਂ ਜਿਹਨੇ ਚੋਰੀ ਕੀਤੀ ਹੁੰਦੀ ਹੈ ਨਾ, ਉਹ ਚੋਰੀ ਉਹਦੀ ਛੁਪਦੀ ਨਹੀਂ, ਉਹ ਆਪੇ ਕੋਈ ਨਾ ਕੋਈ ਸਬੂਤ ਛੱਡ ਦਿੰਦਾ, ਡਿਲੇ ਹੋ ਜਾਏਗੀ। ਤੇ ਇਸ ਕਰਕੇ ਇਹਨੇ ਠੰਡੇ ਹੋ ਕੇ ਬੈਠੇ ਅਸੀਂ, ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ। ਚੋਰ ਕੀ ਮਾਂ ਕਬ ਤੱਕ ਖੈਰ ਮਨਾਏਗੀ? ਬਿਲਕੁਲ ਆਣਾ ਹੈ। ਮੈਂ ਫੇਰ ਵਾਅਦਾ ਕਰ ਰਿਹਾ, ਸ਼ੋਅ 'ਚ ਵੀ ਕਹਿ ਰਿਹਾ, ਐਸਾ ਜਾਲ ਹੈਗਾ, ਚੂਹਾ ਆਪ ਆਏਗਾ ਕਿ ਮੈਨੂੰ ਕੜਿੱਕ 'ਚ ਫਾਜੋ। ਖੋਲੋ ਭਾਜੀ ਖੋਲੋ, ਮੈਂ ਫਸਣਾ ਹੈ। ਐਂਡ ਚੱਕੀ ਪੀਸਿੰਗ ਹੋਏਗਾ, ਟਾਈਮ ਲੱਗਣਾ ਹੈ। ਕਿਉਂਕਿ ਹੁੰਦਾ ਕੀ ਹੈ, ਇਹ ਨਾ ਵੈਸੇ ਜੋ ਚੀਜ਼ ਵੀ ਜਿਹੜਾ ਤਾਂ ਹੁੰਦਾ ਨਾ ਇਮਾਨਦਾਰ ਆਦਮੀ, ਉਹ ਆ ਕੇ ਸਰੈਂਡਰ ਕਰ ਦਿੰਦਾ, ਮੇਰੇ ਕੋਲ ਗਲਤੀ ਹੋ ਗਈ, ਆ ਲੋ ਫੜੋ, ਮੈਂ ਹੱਥ ਚੁੱਕ ਲਿਆ, ਮਾਫ ਕਰ ਦਿਓ। ਤੇ ਸਾਹਮਣੇ ਵਾਲੇ ਦੇ ਦਿਲ 'ਚ ਉਹਦੇ ਲਈ ਮਨ ਪਸੀਜ ਜਾਂਦਾ, ਜਿੱਡਾ ਮਰਜ਼ੀ ਪਾਪ ਹੋਇਆ ਹੋਵੇ। ਪਰ ਜਦੋਂ ਸਾਹਮਣੇ ਵਾਲਾ ਚਲਾਕੀ, ਇੱਕ ਗਲਤੀ ਨੂੰ ਲੁਕਾਉਣ ਲਈ ਅਗਲੀ ਗਲਤੀ, ਉਹਨੂੰ ਲੁਕਾਉਣ ਲਈ ਅਗਲੀ ਗਲਤੀ। ਮੈਂ ਪਿਛਲੇ ਸ਼ੋਅ 'ਚ ਵੀ ਕਿਹਾ ਕਈਆਂ 'ਚ, ਜੇ ਬੇਅੰਤ ਕੌਰ ਨੂੰ ਅੰਤ ਕੌਰ ਨੂੰ ਇੰਨਾ ਅਫਸੋਸ ਸੀ, ਉਹਦੀ ਨੇਲ ਪਾਲਿਸ਼ ਉਤਰੀ, ਉਹਦੀਆਂ ਸੋਹਣੀਆਂ ਜੈਕਟਾਂ ਉਤਰੀਆਂ, ਉਹਦਾ ਮੇਕਅਪ ਉਤਰਿਆ, ਹੋਰ ਤੇ ਹੋਰ ਉਹਦੇ ਸਿਰ ਤੇ ਮੀਡੀਆਂ ਹੋਈਆਂ ਸੀ, ਉਹ ਚਿੱਟੀ ਚੁੰਨੀ ਵੀ ਨਹੀਂ ਲੈ ਸਕੀ। ਦੁਰ ਲਾਮ ਤੇ ਤੇਰਾ ਸਿਰ ਦਾ ਸਾਰੀ ਗਿਆ। ਹੋਰ ਖੁਲਾਸਾ ਕਰਨਾ, ਇਹ ਬੇਅੰਤ ਕੌਰ ਕਹਿੰਦੀ ਹੈ ਕਿ ਮੇਰਾ ਬੜਾ ਪਿਆਰ ਸੀ, ਮੈਂ ਗੱਲਾਂ ਕਰਦੀ ਸੀ। ਉਹਦੀ ਫੇਸਬੁੱਕ ਆਈਡੀ ਤੇ ਇੱਕ ਵੀ ਲਾਈਕ ਇਹਦਾ ਨਹੀਂ ਹੈ। ਅੱਛਾ,
ਫੇਸਬੁੱਕ ਆਈਡੀ ਤੇ ਫੋਟੋਜ਼ ਦੇਖੋ ਤੁਸੀਂ ਮੇਰੀ ਵਾਈਫ ਹੋ, ਮੈਂ ਤੁਹਾਡਾ ਹਸਬੰਡ ਆ, ਤੇ ਮੈਂ ਬਹੁਤ ਨਕੰਮਾ ਵਾਂ, ਰਾਈਟ? ਲਾਈਕ ਕਰਨਾ ਤੇ ਬੰਦ ਕਿਤੇ ਨਾ ਕਿਤੇ ਜੇ ਮੈਂ ਗ੍ਰਾਹੀ ਕਰਦੀ ਹੈ ਜਦੋਂ ਘਰਦਿਆਂ ਨੇ ਫਸਾ ਹੀ ਦਿੱਤਾ। ਫੇਸਬੁੱਕ ਫਰੋਲਦਾ ਪਿਆ ਤੇ Right. ਕਿਤੇ ਨਾ ਕਿਤੇ ਲਾਈਕ ਤੇ ਬੰਦਾ ਮੇਰੇ ਵੱਲੋਂ ਵੀ, ਤੇ ਆਪਾਂ ਲਾਈਕ ਤੇ ਕਿਸੇ ਵੈਸੇ ਅਣਜਾਣ ਬੰਦੇ ਦੀ ਫੋਟੋ ਤੇ ਲਾਈਕ ਕਰ ਦਿੰਨੇ ਆ ਆਪਾਂ ਇਹਦੀਆਂ ਇਹਦਾ ਮਤਲਬ ਇਹਦੇ ਵੱਲ ਧਿਆਨ ਨਹੀਂ ਸੀ, ਜਾਣਬੁੱਝ ਕੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਲੋਕਡਾਊਨ ਚ ਵਿਹਲੀ ਸੀ। ਨਹੀਂ ਜੇ ਫੇਸਬੁੱਕ ਦੇ ਉੱਤੇ ਇੱਕ ਦੂਜੇ ਨਾਲ ਐਡ ਸੀ ਨਾ, ਮੀਆਂ ਬੀਬੀ ਸੀਗੇ, ਜੇ ਉਹਦੀ ਫੋਟੋ ਨੂੰ ਲਾਈਕ ਨਹੀਂ ਕਰ ਰਹੀ, ਕਮੈਂਟ ਨਹੀਂ ਕਰ ਰਹੀ, ਇਟ ਮੀਨਸ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਹੀ ਹੈ। ਜਿੱਦਾਂ ਮੈਸੇਜ ਦੇ ਚੈਟਸ ਤੋਂ ਵੀ ਪਤਾ ਲੱਗ ਰਿਹਾ, ਫੇਸਬੁੱਕ ਤੋਂ ਵੀ ਪਤਾ ਲੱਗ ਰਿਹਾ। ਉਹ ਕਹਿੰਦਾ ਮੈਂ ਮਰ ਜਾਣਾ, ਕਹਿੰਦੀ ਓਕੇ, ਹਾਂ, ਤੇ ਹਰ ਤਰੀਕੇ ਨਾਲ ਉਹਨੂੰ ਕਹਿੰਦੀ ਨਜ਼ਰਅੰਦਾਜ਼ ਕੀਤਾ ਜਾ ਕਹਿੰਦੀ ਰਿਹਾ। ਹੁਣ ਸਾਡੀ ਆਪਸੀ ਫੋਨ ਤੇ ਗੱਲ ਕੀ ਹੁੰਦੀ ਸੀ, ਹੂੰ। ਉਹ ਲਾਡੀ ਉਹਦੇ ਤੇ ਕਰਦਾ ਮਰ ਗਿਆ ਕਿ ਤੂੰ ਮੇਰਾ ਫੋਨ ਤੇ ਗੱਲ ਤੇ ਕਰ ਲੈ, ਮੇਰੀ ਮਾਂ ਨਾਲ ਗੱਲ ਕਰ ਲੈ, ਮੇਰੇ ਪਿਓ ਨਾਲ ਗੱਲ ਕਰ ਲੈ, ਉਹਦਾ ਵੀ ਜੀ ਕਰਦਾ ਵੀ ਤੂੰ ਸਾਡੇ ਘਰ ਨੂੰ ਬਣ ਕੇ ਆਈ ਹੈ, ਉਹਨਾਂ ਦਾ ਵੀ ਜੀ ਕਰਦਾ ਵੀ ਤੇਰੇ ਮਾਪੇ ਨੇ, ਬਿਲਕੁਲ। ਉਹਦੇ ਕੋਲ ਟਾਈਮ ਹੀ ਨਹੀਂ ਹੈ, ਤੇ ਆਪਣੇ ਮਾਪਿਓ ਨੂੰ ਫੋਨ ਕਰਨ ਲਈ ਰੋਜ਼ ਡੇਲੀ ਫੋਨ ਕਰਦੀ ਸੀ। ਮੈਂ ਤੇ ਫਿਰ ਕਹਿੰਦਾ ਇਹਨੂੰ ਕਹੋ ਜੇ ਇਮਾਨਦਾਰ ਹੈ ਨਾ, ਪਿਛਲੇ 2 ਸਾਲਾਂ ਦੀ, 1.5 ਸਾਲ ਦੀ, 6 ਮਹੀਨੇ ਦੀ ਕਾਲ ਡਿਟੇਲ ਹੀ ਕਢਾ ਦੇ ਆਪਣੀ, ਆਪੇ ਹੀ ਦੇ ਦੇ ਸਹੀ ਹੈ ਕਿ ਆਲੋ ਜੀ ਮੈਂ ਸੱਚੀ ਹਾਂ। ਹਾਂ, ਇੱਕ ਵੀ ਸਬੂਤ, ਜਿਹੜੀ ਗੱਲ ਕਰੋ ਮੇਰੇ ਵਕੀਲ ਸਾਹਿਬ ਦੱਸਣਗੇ, ਉਹ ਤੂੰ ਵੱਡੀ ਵਕੀਲਾਂ ਵਾਲੀ ਕਿੱਥੋਂ ਹੋ ਗਈ? ਮਤਲਬ ਉਹੀ ਗੱਲ ਹੈ ਕਿ ਤੂੰ ਫੋਟੋ ਵਕੀਲ ਸਾਹਿਬ ਕੋ ਖਿਚਾਈ ਹੈ ਕਿ ਤੂੰ ਕਾਲ ਵਕੀਲ ਸਾਹਿਬ ਕੋ ਪੁੱਛ ਕੇ ਕੀਤੀ ਹੈ। ਇਹਦਾ ਮਤਲਬ ਕੋਈ ਤੇ ਚੋਰ ਹੈਗਾ ਮੰਦ, ਤੇ ਚੋਰ ਨੂੰ ਆਪਣਾ ਪਾਲਾ ਪੈ ਜਾਂਦਾ ਹੈ। ਉਹਨੂੰ ਵਕੀਲ ਵੀ ਦਲੀਲਾਂ ਇੱਕ ਲਿਮਿਟ ਤੱਕ ਦੇ ਸਕਦੇ ਨੇ ਨਾ। ਦੇਖੋ ਸਾਡਾ ਧਰਮ ਕੀ ਹੈ, ਅਸੀਂ ਕਾਨੂੰਨ ਦੀ ਰੱਖਿਆ ਕਰਨੀ ਹੈ, ਅਸੀਂ ਚੋਰ ਦੀ ਰੱਖਿਆ ਨਹੀਂ ਕਰਨੀ। ਮੇਰੇ ਕੋਲ ਇਹੋ ਜਿਹੇ ਕੇਸ ਵੀ ਆਏ ਜਿਹਦੇ ਵਿੱਚ ਬੰਦਿਆਂ ਨੇ ਇਲਜ਼ਾਮ ਲਾਇਆ ਕਿ ਮਾਈਨਰ ਬੱਚੀ ਨਾਲ ਸੈਕਸ਼ੂਅਲ ਹਰਾਸਮੈਂਟ ਹੋਈ ਹੈ, ਔਰ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਮੈਂ ਚੰਗੀ ਤਰ੍ਹਾਂ ਪਹਿਲਾਂ ਪਛਾਣੂਗਾ, ਜੇ ਸੱਚੀ ਹੈ ਤਾਂ ਮੈਂ ਕੇਸ ਲਵਾਂਗਾ, ਨਹੀਂ ਤਾਂ ਗੇਟੋਂ ਬਾਹਰ ਨਿਕਲ ਜਾਓ। ਪੈਸੇ ਕਰਕੇ ਮੈਂ ਇਹੋ ਜਿਹੇ ਗੰਦੇ ਕੇਸ ਨਹੀਂ ਪਾਉਣੇ ਜਿਹਦੇ ਵਿੱਚ 1% ਝੂਠ ਹੋਵੇ। ਮੇਰੇ ਪਾਸ ਐਸਡੀਐਮ ਦੀ ਵਾਈਫ ਆਈ, ਉਹਨੇ ਆਪਣੀਆਂ ਸਟੋਰੀਆਂ ਸੁਣਾਈਆਂ, 2-3 ਮੀਟਿੰਗਾਂ 'ਚ ਮੈਂ ਉਹਨੂੰ ਫੜ ਲਿਆ, ਮੈਂ ਕਿਹਾ ਮੈਡਮ ਤੁਹਾਡੀ ABC ਆ 3 ਗਲਤੀਆਂ, ਆ 3 ਸਵਾਲਾਂ ਦੇ ਮੇਰੇ ਜਵਾਬ ਦੇ ਦਿਓ, ਆਈ ਵਿਲ ਬੀ ਸੈਟੀਸਫਾਈਡ, ਆਈ ਵਿਲ ਕੰਟੈਸਟ ਯੂਅਰ ਕੇਸ। ਅਲਟੀਮੇਟਲੀ ਉਹਨੂੰ ਫਾਈਲਾਂ ਵਾਪਸ ਫੜਾਤੀਆਂ। ਮੈਂ ਕਿਹਾ ਮੈਡਮ ਸਤਿ ਸ੍ਰੀ ਅਕਾਲ, ਇਹ ਸੁਨੀਲ ਮੱਲਨ ਵਿਖਾਊ ਬੰਦਾ ਨਹੀਂ ਹੈ, ਜੈਨੂਅਨ ਹੋ, ਤੁਹਾਡੇ ਨਾਲ ਧੱਕਾ ਹੋਇਆ ਹੈ, ਕਾਨੂੰਨ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ, ਤੁਹਾਡੀ ਗੱਲ ਨੂੰ ਕੋਰਟ ਤੱਕ ਪਹੁੰਚਾਉਣਾ ਸਹੀ ਤਰੀਕੇ, ਸਹੀ ਫਾਰਮੈਟ, ਸਹੀ ਲਹਿਜੇ ਨਾਲ ਮੇਰਾ ਫਰਜ਼ ਹੋਣਾ ਹੈ। ਬਟ ਜੇ ਤੁਹਾਡੇ ਅੰਦਰ ਚੋਰ ਨਹੀਂ, ਮੈਂ ਫਿਰ ਤੁਹਾਨੂੰ ਸਵਾਲ ਕਰਦਾ ਕਿ ਬੀਬਾ ਜੇ ਤੇਰੇ ਅੰਦਰ ਚੋਰ ਨਹੀਂ, ਕਾਲ ਡਿਟੇਲ ਦੇ, ਕਿੰਨੀ ਵਾਰੀ ਉਹਦੀਆਂ ਚੈਟਾਂ ਨੂੰ ਲਾਈਕ ਕੀਤਾ ਯੋ ਦੱਸ, ਆਪਣੇ ਤਸਵੀਰਾਂ ਪਸੰਦ ਕੀਤੀਆਂ ਨੇ, ਆਪਣੇ ਕਾਗਜ਼ਾਂ ਦੇ ਪਾਸਵਰਡ ਦੇ ਲੋੜ ਹੀ ਨਹੀਂ, ਕਾਗਜ਼ ਹੀ ਦੇ ਦੇ, ਕਾਗਜ਼ ਹੀ ਦੇ ਦੇ, ਠੀਕ ਹੈ, ਪਾਸਵਰਡ ਦੇਣ ਦੀ ਲੋੜ ਨਹੀਂ। ਜਿਹੜੇ ਉਹਦੇ ਵਕੀਲ ਸਾਹਿਬ ਨੇ ਕਾਗਜ਼, ਅਗਰ ਬਾਕੀ ਗੱਲਾਂ ਸਾਰੀਆਂ ਮਕਾ ਇੱਕ ਵਾਰੀ ਚੁੱਪ ਕਰਕੇ ਇੰਡੀਆ ਹੀ ਆ ਜਾਂਦੀ ਬਸ। ਜੇ ਸੱਚੀ ਹੁੰਦੀ, ਇਹਦੇ ਦਿਲ 'ਚ ਪਿਆਰ ਹੁੰਦਾ, ਏਡੀ ਵੱਡੀ ਗੱਲ ਹੋਈ ਹੈ, ਏਡੀ ਵੱਡੀ ਗੱਲ ਹੋਈ ਹੈ, ਜੇ ਇਹਦੇ ਦਿਲ 'ਚ 1 ਪੈਸੇ ਦਾ ਵੀ ਲਾਂਤਾ ਪਾ ਰਹੇ ਨੇ, ਥੂ ਕਰ ਰਹੇ ਨੇ, ਤੇ ਤੁਸੀਂ ਜੇ ਸੱਚੇ ਸੀ, ਚੱਲ ਤੂੰ ਫਿਨਰਲ ਤੇ ਨਹੀਂ ਪਹੁੰਚ ਸਕੀ, ਸੁਣਿਆ ਤੇ ਤੈਨੂੰ ਪਹੁੰਚਿਆ, ਤੂੰ ਵੀਡੀਓ ਤੇ ਵੇਖ ਰਹੀ ਹੈ। ਅੱਛਾ ਅਗਲੀ ਗੱਲ ਦੇਖੋ ਕਰਤੂਤ, ਵੀਡੀਓ ਇਹਦੇ ਮਾਪਿਓ ਦਿਖਾ ਰਹੇ ਨੇ ਇਹਨੂੰ ਡੈਥ ਸੈਰੇਮਨੀਜ਼, ਅੱਛਾ ਇਹਨੇ ਵੀਡੀਓ ਆਫ ਕੀਤੀ ਹੋਈ, ਆਪਣੀ ਵੀਡੀਓ ਆਫ ਕੀਤੀ, ਇਧਰੋਂ ਵੇਖ ਰਹੀ ਹੈ। ਅੱਛਾ ਕਿਉਂ? ਇਹਦੇ ਪਿੱਛੇ ਕੀ ਕਾਰਨ? ਹਾਂ ਵੀ ਦੱਸ ਵੀ ਕਿਉਂ? ਕਿਉਂ ਇੱਕ ਤਾਂ ਤੁਸੀਂ ਅੱਗੇ ਚਿਹਰਾ ਜਨਤਾ ਦੱਸੇ, ਘਰਦਿਆਂ ਨੂੰ ਮੂਰਖ ਬਣਾ ਰਹੀ ਸੀ ਕਿ ਕੋਈ ਨਹੀਂ, ਮੈਂ ਵੇਖਦੀ ਪਈ ਹਾਂ ਡੈਥ ਸੈਰੇਮਨੀ ਹੋ ਰਹੀ ਹੈ ਤੇ ਆਪ ਰੰਗ ਰਲੀਆਂ ਮਨਾ ਰਹੀ ਸੀ। ਰੱਬ ਜਾਣੇ ਕੀ ਕਰਦੀ ਸੀ, ਪਾਪ ਕੋਈ ਨਾ ਕੋਈ ਤੇ ਉਹਦੇ ਦਿਲ 'ਚ ਸੀ, ਔਰ ਉਸ ਪਾਪ ਕਰਕੇ ਉਸ ਮਹਾਰਾਜ ਦੇ ਘਰ 'ਚ ਦੇਰ ਹੋ ਸਕਦੀ, ਉਹ ਅੰਧੇਰ ਨਹੀਂ ਹੋਣਾ। ਇਹੋ ਜਿਹੇ ਲੋਕ ਸੜਕਾਂ ਤੇ ਕੱਪੜੇ ਪਾੜ ਕੇ ਫਿਰਦੇ ਹੁੰਦੇ ਨੇ, ਔਰ ਮਹਾਰਾਜ ਦੀ ਲਾਠੀ ਬੇਆਵਾਜ਼ ਹੈਗੀ ਹੈ, ਉਹਨਾਂ ਨੇ ਦਿਮਾਗ ਹੀ ਖਰਾਬ ਕਰਨਾ, ਉਹਨਾਂ ਨੇ ਕੋਈ ਦੀਵਾਰ ਨਹੀਂ ਖੜੀ ਕਰਨੀ, ਔਰ ਹਾਲਾਤ ਬਦਲਨੇ ਨੇ। ਔਰ ਮੈਂ ਤੁਹਾਨੂੰ ਪ੍ਰੋਮਿਸ ਦਿੰਦਾ 2 ਮਹੀਨੇ, 4 ਮਹੀਨੇ, 6 ਮਹੀਨੇ ਮੈਂ ਵੀ ਫ੍ਰੀ ਕਰਦਾ ਪਿਆ ਇਹ ਕੰਮ, ਸਿਰਫ ਇੱਕ ਸਮਾਜ ਨੂੰ ਨਹੀਂ, ਸੇਵਾ ਵੱਖਰੀ ਗੱਲ ਹੈ, ਮਹਾਰਾਜ ਦਾ ਲੰਗਰ ਹੈ, ਬਾਬੇ ਨਾਨਕ ਜੀ ਨੇ ਕਿਹਾ ਸੀ ਲੰਗਰ ਲਾਇਆ ਕਰੋ, ਤੇ ਮੈਂ ਕਾਨੂੰਨ ਜਾਣਦਾ, ਮੈਂ ਕਾਨੂੰਨ ਦਾ ਲੰਗਰ ਲਾ ਦਿੰਦਾ, ਪੈਸਿਆਂ ਦਾ ਨਹੀਂ ਲਾਉਂਦਾ, ਮੇਰੇ ਕੋਲ ਹੈ ਹੀ ਨਹੀਂ ਇੰਨੇ ਜ਼ਿਆਦਾ, ਜੋ ਕਾਨੂੰਨ ਦੀ ਮੇਰੇ ਕੋਲ ਨੌਲੇਜ ਹੈ, ਮੈਂ ਉਹਦਾ ਲੰਗਰ ਲਾਇਆ ਹੈ। ਪ੍ਰਮਾਤਮਾ ਦੇ ਕਿੰਨਿਆਂ ਦੇ ਭਵਿੱਖ ਨੂੰ ਹੁਣ ਲੋਕਾਂ ਨੂੰ ਬਹੁਤ ਜ਼ਿਆਦਾ ਅਲਰਟ ਹੋ ਜਾਣਗੇ ਲੋਕ ਇਸ ਚੀਜ਼ ਨੂੰ ਵੇਖ ਕੇ। ਇਹਦੇ ਨਾਲ ਇੱਕ ਪ੍ਰੈਸੀਡੈਂਟ ਸੈੱਟ ਹੋਏਗਾ, ਇੱਕ ਸਿਸਟਮ ਬਣੇਗਾ, ਔਰ ਐਟਲੀਸਟ ਮੈਂ ਅਗਲੇ ਆਉਣ ਵਾਲੇ ਭੈਣ ਭਰਾਵਾਂ ਨੂੰ, ਔਰ ਮਜ਼ੇਦਾਰ ਗੱਲ ਦੱਸਾਂ, ਮੇਰੀ 1-2 ਇੰਟਰਵਿਊ ਦੇਖ ਕੇ ਮੈਨੂੰ 20 ਫੋਨ ਆਏ ਇਹੋ ਜਿਹੇ ਕਿ ਮੇਰੇ ਸਹੁਰਿਆਂ ਨੇ ਜੀ ਮੇਰੀ ਵਿਆਹ ਕਰਾ ਲਿਆ, ਕੁੜੀ ਨੂੰ ਆਪਣੇ ਘਰ ਰੱਖਿਆ ਵਿਆਹ ਤੋਂ ਬਾਅਦ, ਤੇ ਮੈਂ ਸਵਾਲ ਪੁੱਛਦਾ ਕਿ ਕਿਆ ਤੁਹਾਡੇ ਮੀਆਂ ਬੀਬੀ ਵਾਲੇ ਰਿਲੇਸ਼ਨ ਬਣੇ? ਕਹਿੰਦੇ ਨਹੀਂ ਜੀ ਨਹੀਂ, ਬਸ ਉਹ ਇੱਕ ਦਿਨ ਦਿਨੇ ਲਿਆਂਦੀ ਸੀ,
ਤੇ ਉਸੇ ਵੇਲੇ ਨਾਲ ਲੈ ਗਏ, ਤੇ ਜੇ ਉਧਰੋਂ ਕਿਤੇ ਆਉਂਦੀ ਹੈ ਤੇ ਭਰਾ ਨਾਲ ਆਂਦਾ ਬੈਠਾ ਰਹਿੰਦਾ ਉਸੇ ਕਮਰੇ 'ਚ। ਕਹਿੰਦਾ ਮੈਂ ਤੇ ਹੱਥ ਲਾ ਕੇ ਵੀ ਨਹੀਂ ਵੇਖੀ। ਤੇ ਮੈਂ ਕਿਹਾ ਫਿਰ ਬੇਵਕੂਫ ਇਨਸਾਨ, ਉਹ ਤੇਰੀ ਵਾਈਫ ਕਿੱਦਾਂ ਹੈ? ਇਹਦਾ ਮਤਲਬ ਹਰ ਲੜਕੀ ਨੂੰ ਚਾਹ ਹੁੰਦਾ। ਚਲੋ ਮੈਂ ਕਹਿੰਦਾ ਕੋਈ ਸ਼ਰਾਰਤ ਕਰਨ ਨੂੰ ਤੇ ਜੀ ਕਰਦਾ ਹੈ ਕਿ ਮੇਰਾ ਹਸਬੈਂਡ ਹੈ, ਜਿਹੜੇ ਉਹਦੇ ਸ਼ੌਕ ਪੈਂਡਿੰਗ ਨੇ ਉਹਦੇ ਨਾਲ ਪੂਰੇ ਕਰਨ ਨੂੰ ਫਿਰਦਾ। ਅਗਲੀਆਂ ਧਾਰਾਵਾਂ ਹੁਣ ਕਿਹੜੀਆਂ ਨੇ ਜਿਹੜੀਆਂ ਇਸ ਮੈਟਰ ਦੇ ਉੱਤੇ ਲਾਈਆਂ ਜਾ ਰਹੀਆਂ ਨੇ, ਤੇ ਉਹਨਾਂ ਦਾ ਅਰਥ ਕੀ ਹੈ, ਉਹਦੇ ਬਾਰੇ ਥੋੜੀ ਜਿਹੀ ਜ਼ਰੂਰ ਸਾਡੀ ਦੀ ਪੰਚਾਇਤ ਸਾਨੂੰ ਵੇਖਦੀ ਪਈ, ਇਹਨਾਂ ਨੂੰ ਜ਼ਰੂਰ ਸ਼ੇਅਰ ਧਾਰਾ ਕਿਹੜੀਆਂ ਲਾਈਆਂ ਜਾ ਰਹੀਆਂ ਨੇ ਮੈਂ ਨਹੀਂ ਕੁਝ ਕਹਿ ਸਕਦਾ, ਉਹਦੇ ਪੁਲਿਸ ਦਾ ਕੰਮ ਹੈ, ਉਹਨੇ ਲਾਉਣੀ ਹੈ। ਜੇ ਘੱਟ ਲਾਏਗੀ ਤੇ ਅਦਾਲਤ ਮੇਰੇ ਕੋਲ ਹੈ, ਵੱਧ ਲਵਾ ਦਾਂਗੇ। ਮੈਂ ਵੱਧ ਨਹੀਂ ਪੂਰੀਆਂ ਲਵਾਵਾਂਗੇ। ਪੂਰੀਆਂ, ਅੱਛਾ, ਜਿੰਨਾ ਜੋ ਉਹਨਾਂ ਦਾ ਬਣਦਾ, ਜੋ ਉਹਦੇ ਖਿਲਾਫ ਬਣਦਾ ਹੈ, ਉਹਦੇ ਖਿਲਾਫ, ਉਹਦੇ ਮਾਪੇ ਦੇ ਖਿਲਾਫ, ਉਹਦੇ ਭਰਾ ਦੇ ਖਿਲਾਫ, ਉਹਦੇ ਰਿਸ਼ਤੇਦਾਰਾਂ ਖਿਲਾਫ, ਜਿਹੜੇ ਭੰਗੜੇ ਪਾਉਂਦੇ ਸੀ ਉਹਨਾਂ ਦੇ ਖਿਲਾਫ, ਜਾਂ ਜਿਹੜੇ ਵਿੱਚ ਉਹ ਮੁੰਡਾ ਜਿਹੜਾ ਉੱਥੇ ਉਹਦੇ ਨਾਲ ਜੱਫੀ ਪਾ ਕੇ ਫੋਟੋ ਖਿਚਾ ਰਿਹਾ ਉਹਦੇ ਖਿਲਾਫ, ਜਾਂ ਉੱਥੇ ਜਿਹੜੇ ਉਹਦੇ ਸਪੋਰਟਰ ਬੈਠੇ ਨੇ ਉਹਨਾਂ ਦੇ ਖਿਲਾਫ, ਜਿਹੜਾ ਸਾਹਮਣੇ ਆਏਗਾ ਉਹ ਪਰੋਇਆ ਜਾਏਗਾ। ਠੀਕ ਹੈ। ਸੋ ਕਿਉਂਕਿ ਜੁਰਮ ਹੋ ਚੁੱਕਾ, ਉਹਨੂੰ ਲੁਕਾਉਣਾ, ਉਹਦੇ ਲਈ ਝੂਠ ਬੋਲਣਾ, ਸਬੂਤ ਮਿਟਾਉਣਾ, ਧਾਰਾ 201 ਰਾਈਟ, ਔਰ ਉਹਦੀ ਪਨਿਸ਼ਮੈਂਟ ਬਹੁਤ ਖਤਰਨਾਕ ਹੈ। ਮੇਨ ਜੁਰਮ ਦੀ ਉਨੀ ਪਨਿਸ਼ਮੈਂਟ ਨਹੀਂ ਜਿਹੜੀ ਧਾਰਾ 201 ਆਈਪੀਸੀ ਇੰਡੀਅਨ ਪੈਨਲ ਕੋਡ ਨੰਬਰ 1, ਦੂਜੀ 406। ਇਸ ਵਿਸ਼ਵਾਸ ਨਾਲ ਉਹ ਕੁੜੀ ਬਾਹਰ ਗਈ ਸੀ, ਜਾਂ ਮਾਂ ਪਿਓ ਨੇ ਸਹੁਰਿਆਂ ਨੇ ਭੇਜੀ ਸੀ ਕਿ ਤੂੰ ਸਾਡੇ ਮੁੰਡੇ ਨੂੰ ਵੀ ਬੁਲਾਏਂਗੀ, ਅਮਾਨਤੀ ਤੌਰ ਤੇ ਉਹਨੂੰ ਭੇਜਿਆ ਗਿਆ ਸੀ ਵੀ ਤੂੰ ਕਾਗਜ਼ ਪੂਰੇ ਕਰ ਤੇ ਭੇਜ। ਧਾਰਾ 406 ਅਮਾਨਤ 'ਚ ਖਿਆਨਤ ਕਰਨਾ। ਜਿਹੜਾ ਉਹਨੂੰ ਪੈਸਾ ਦਿੱਤਾ ਸੀ ਇਸੇ ਕਰਕੇ ਦਿੱਤਾ ਸੀ, ਜਿਹੜਾ ਉਹਨੂੰ ਸਮਾਨ ਦਿੱਤਾ ਸੀ ਇਸੇ ਕਰਕੇ ਦਿੱਤਾ ਸੀ ਬਾਹਰ ਜਾਣ ਲਈ। ਧਾਰਾ 420 ਯਾਨੀ ਕਿ 17 18 19 20 ਤੇ 20 ਦੀ ਗੱਲ ਬਾਹਰ ਜਾਣ ਲਈ ਵੀ ਦਿੱਤਾ ਸੀ ਉਹਨਾਂ ਨੇ, ਉਹਨੂੰ ਆਪਣੇ ਘਰੇ ਨੋ ਬਣਾ ਕੇ ਲਿਆ ਸੀ, ਆਪਣੀ ਧੀ ਬਣਾ ਕੇ ਰੱਖਿਆ ਸੀ, ਤਾਂ ਹੀ ਪੈਸੇ ਹਰ ਤਰ੍ਹਾਂ ਦਾ ਬ੍ਰੀਚ ਆਫ ਟਰਸਟ ਤੇ ਕੋਈ ਕਿੰਨਾ ਖਲਾਉਂਦਾ, ਬ੍ਰੀਚ ਆਫ ਟਰਸਟ। ਹਾਂ, ਵੀ ਲੋਕੀ ਆਪਣੇ ਸਕੇ ਭੈਣ ਭਰਾਵਾਂ ਦੇ ਬੱਚਿਆਂ ਦੇ, ਮੈਂ ਕਿਹਾ ਵਕੀਲ ਨੂੰ ਫੀਸ ਨਹੀਂ ਦਿੰਦੇ ਲੋਕੀ, ਰਾਈਟ। ਤੇ ਜੇ ਕਿਸੇ ਬਗਾਨੀ ਧੀ ਨੂੰ ਅਗਲੇ ਨੇ ਵਿਆਹ ਕੇ ਆਪਣੇ ਘਰ ਲੈ ਕੇ ਆਂਦਾ ਸੀ, ਕਿਤੇ ਨਾ ਕਿਤੇ ਦੋਨਾਂ ਦੀ ਜ਼ਿੰਦਗੀ ਨੂੰ ਵਧੀਆ ਆਸਾਨੀ ਨਾਲ ਕੱਢਣ ਦਾ ਇਹ ਦੇਖੋ ਨਾ ਕਿ ਉਹਨਾਂ ਦੇ ਘਰ ਦਾ ਚਿਰਾਗ ਹੀ ਖਤਮ ਹੋ ਗਿਆ। ਬਿਲਕੁਲ, ਕਿਸੇ ਦੀ ਉਹ ਤੇ ਘਰ ਹੀ ਖਤਮ ਹੋ ਗਿਆ, ਹਾਂ, ਉਹ ਤੇ ਨਾਮ ਹੀ ਖਤਮ ਹੋ ਗਿਆ। ਆਉਣ ਵਾਲੇ ਸ਼ਾਇਦ 50 ਸਾਲਾਂ ਬਾਅਦ ਉਸ ਪਰਿਵਾਰ ਦਾ ਨਾਮ ਉਹਨਾਂ ਦੀ ਬੇਟੀਆਂ ਤੋਂ ਹੀ ਜਾਣਿਆ ਜਾਏਗਾ, ਬੇਟੇ ਤੋਂ ਤਾਂ ਜਾਣਿਆ ਨਹੀਂ ਜਾਏਗਾ। ਯਾਨੀ ਕਿ ਜੋ ਦਾਦੇ ਤੋਂ ਬਾਅਦ ਫਾਦਰ ਤੋਂ ਬਾਅਦ ਮੁੰਡਾ, ਪਰ ਇਹ ਚੀਜ਼ਾਂ ਨਾ ਪੀੜੀ ਚੱਲਣਗੀਆਂ ਕਿ ਇੱਕ ਵਾਰੀ ਏਦਾਂ ਹੋਇਆ ਸੀਗਾ ਕਿ ਸਾਡੀ ਫਲਾਨੀ ਰਿਸ਼ਤੇਦਾਰੀ 'ਚ ਫਲਾਨਾ ਮੁੰਡਾ ਸੀ, ਉਹਨੇ ਏਦਾਂ ਸੁਸਾਈਡ ਕਰ ਲਿਆ। ਚਲੋ ਇਹ ਸਾਰੀਆਂ ਗੱਲਾਂ ਇੱਕ ਸਾਈਡ ਤੇ, ਅਸੀਂ ਹੁਣ ਭਵਿੱਖ ਦੇ ਬਾਰੇ ਤੁਹਾਡੇ ਧਾਰਾ ਰਹਿ ਗਈਆਂ ਥੋੜੀ ਜਿਹੀ। ਅੱਛਾ, ਰਹਿ ਗਈਆਂ, ਧਾਰਾ ਰਹਿ ਗਈਆਂ, ਹਲੇ ਬੜੀਆਂ ਸਾਰੀਆਂ ਹੋਰ ਨੇ। ਅੱਛਾ, ਧਾਰਾ 306 ਠੀਕ ਹੈ, ਅਬੈਟਮੈਂਟ, ਕਿਸੇ ਨੂੰ ਉਕਸਾਣਾ ਕਿ ਉਹ ਇੰਨਾ ਤੰਗ ਆ ਜਾਏ ਕਿ ਉਹ ਸੁਸਾਈਡ ਕਰ ਲੇ। ਸਫੀਸ਼ੀਐਂਟ ਐਵੀਡੈਂਸ ਹੈਗੀ ਹੈ ਉਹਦੇ ਵਾਸਤੇ ਵੀ। ਕਈ ਸਾਰੀਆਂ ਚੀਜ਼ਾਂ ਨੇ, ਕਿਉਂਕਿ ਦੇਖੋ ਐਕਸਪੈਕਟੇਸ਼ਨ ਔਰ ਰਿਐਲਿਟੀ ਦਾ ਮਰਡਰ ਹੋਇਆ ਇੱਥੇ। ਮੁੰਡਾ ਐਕਸਪੈਕਟ ਕਰ ਰਿਹਾ, ਰਿਐਲਿਟੀ 'ਚ ਕੁੜੀ ਕਿਤੇ ਹੋਰ ਐਸ਼ ਕਰ ਰਹੀ ਹੈ, ਬੁਲਾ ਨਹੀਂ ਰਹੀ, ਉਹਦੀਆਂ ਹਰਕਤਾਂ ਦੱਸ ਰਹੀਆਂ ਕਿ ਤੂੰ ਇਗਨੋਰ ਕਰ ਰਹੀ ਹੈ, ਮਤਲਬ ਤੂੰ ਆਪਣੇ ਮਾਂ-ਬਾਪ ਨੂੰ ਪੈਸੇ ਭੇਜ ਪਾ ਰਹੀ ਹੈ। ਅੱਛਾ, ਹੋਰ ਗੱਲ ਸੁਣੋ, ਅੱਛਾ, ਉਹਨੂੰ ਕੋਈ ਗਿਫਟ ਵੀ ਭੇਜੀ ਸੀ ਕੋਈ? ਇਹੋ ਜਿਹੀ ਗੱਲ ਯਾਦ ਆਈ, ਜਦੋਂ ਉੱਥੋਂ ਆਉਂਦੀ ਹੈ ਆ ਕੇ ਆਪਣੇ ਟੈਚੀ ਨੂੰ ਤਾਲਾ ਲਾ ਕੇ ਰੱਖਦੀ ਹੈ। ਅੱਛਾ, ਟੈਚੀ ਨੂੰ ਤਾਲਾ, ਕੋਈ ਗਿਫਟ ਸਮਾਨ ਇੱਧਰ ਕੋਈ ਇੱਕ ਦਾ ਫੋਨ ਭਾਵੇਂ ਗਲਤੀ ਨਾਲ ਦੇ ਦਿੱਤਾ ਹੋਵੇ, ਅਦਰਵਾਈਜ਼ ਕੋਈ ਗਿਫਟ ਐਸਾ ਨਹੀਂ ਲੈ ਕੇ ਆਈ, ਜਦ ਕਿ ਜਾਣ ਤੋਂ ਪਹਿਲਾਂ ਵੀ ਉਹਨੂੰ ਪਤਾ ਸੀ ਇਹ ਮੇਰਾ ਘਰ ਵਾਲਾ ਹੈ। ਸੋ ਕਿਹੜੀ ਗੱਲ, ਮਤਲਬ ਕਿਹੜੀ ਗੱਲ ਛੁਪਾਓਗੇ, ਰਾਈਟ, ਕਿੱਥੋਂ ਤੱਕ ਬਚੋਗੇ, ਕਿੱਥੇ ਤੱਕ ਜਾਓਗੇ, ਔਰ ਜਿੰਨਾ ਝੂਠ ਬੋਲੋਗੇ ਉਹਨਾਂ ਫਸਦੇ ਜਾਓਗੇ, ਔਰ ਜਿੰਨਾ ਫਸਦੇ ਜਾਓਗੇ ਤੇ ਸਜ਼ਾਵਾਂ ਉਹਨੀਆਂ ਵੱਡੀਆਂ। ਆਪੇ ਦਲਦਲ ਆਪ ਕ੍ਰੀਏਟ ਕੀਤੀ, ਉਹਦੇ ਆਪੇ ਪੁੱਟਦੇ ਪਏ ਨੇ, ਪੁੱਟ ਲੈਣ ਦੋ, ਰਾਈਟ। ਮੈਨੂੰ ਕੋਈ ਕਾਲੀ ਨਹੀਂ, ਮੈਨੂੰ ਕੋਈ ਡਰ ਨਹੀਂ। ਭੱਜ ਲੋ ਜਿੱਥੇ ਭੱਜਣਾ ਹੈ, ਆਪੇ ਮੁੜਕੜ ਕੇ ਖੋਤੀ ਬੋੜ ਥੱਲੇ ਆਉਂਦੀ ਹੁੰਦੀ ਆ, ਆਪੇ ਤੁਹਾਡਾ ਜਿਹੜਾ ਨਹੀਂ ਇਹਦਾ ਬੋੜ ਗਵਾ ਜਾਣਾ, ਬਿਲਕੁਲ ਆਪੇ ਇਹਦਾ ਬੋੜ ਗਵਾ ਜਾਣਾ, ਉੱਤਰ ਹੋ ਜਾਣਾ, ਇਹ ਧੁੱਪੇ ਬਚਣੀ ਹੈ। ਠੀਕ ਹੈ, ਹੋਰ ਧਾਰਾਵਾਂ ਵੀ ਹੈਗੀਆਂ ਨੇ, ਬਹੁਤ ਸਾਰੀਆਂ ਨੇ, ਅਗਲੇ ਸ਼ੋਅ 'ਚ ਕਰਦੇ ਹਾਂ ਅਗਲੇ ਸ਼ੋਅ 'ਚ ਅਸੀਂ ਡਿਸਕਸ ਕਰਾਂਗੇ। ਹੋਰ ਹੁਣ ਅਗਲਾ ਸਟੈਪ ਜੋ ਮੈਂ ਲਿੱਤਾ ਮੈਂ ਉਹ ਦੱਸਦਾ। ਮੈਂ ਅਗਲਾ ਸਟੈਪ ਕੀ ਲਿੱਤਾ, ਸਭ ਤੋਂ ਪਹਿਲਾਂ ਤੇ ਅਸੀਂ ਪੰਜਾਬ ਪੁਲਿਸ ਨੂੰ, ਜਿਹੜੀ ਵੀ ਇਨਵੈਸਟੀਗੇਸ਼ਨ ਏਜੰਸੀ ਹੈ, ਉਹਨੂੰ ਅਸੀਂ 172 CRPC 'ਚ ਕੇਸ ਡਾਇਰੀ ਮੰਗੀ ਹੈ ਕਿ ਆਲਮੋਸਟ 1 ਮੰਥ ਹੁੰਦੇ ਆ। ਠੀਕ ਹੈ, ਮਾਨਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹੋ ਜਿਹਾ ਮਰਡਰ ਹੋਵੇ, ਰੇਪ ਹੋਵੇ, ਪੌਕਸੋ ਹੋਵੇ, ਜਾਂ ਕੋਈ ਇਹੋ ਜਿਹਾ ਸੰਗੀਨ ਜੁਰਮ ਹੋਵੇ, ਪਹਿਲਾਂ FIR ਕੱਟੋ, ਫਿਰ ਉਹਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਜਾਵੇ ਉਹਨੂੰ ਪ੍ਰੋ ਤੇ ਅੰਦਰ ਭੇਜੋ, ਰਾਈਟ। ਹਲੇ ਤੱਕ ਉਹ ਪਰਚਾ ਦਰਜ ਨਹੀਂ ਹੋਇਆ ਤੇ ਅਸੀਂ 172 CRPC 'ਚ ਪੂਰੀ ਡਿਟੇਲ ਮੰਗਾਈ ਹੈ, ਪਲੱਸ ਮੇਰੀ ਕੋਈ ਤਾਂ ਦੱਸਿਆ ਸੀ 29-30 ਪੁਆਇੰਟਸ ਦੀ, ਔਰ ਉਹਦਾ ਕੋਈ ਛੋਟਾ ਵਰਜ਼ਨ ਮੈਂ ਸ਼ੋਅ ਵੀ ਕਰਾਂਗਾ ਆਪਣੇ ਅਗਲੇ ਸ਼ੋਅ ਦੇ ਵਿੱਚ। ਅਸੀਂ ਨੈਕਸਟ ਮੇਰਾ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਕਿ ਉਹਦੇ ਵਿੱਚ ਜਿਹੜੀਆਂ ਪੁਆਇੰਟਸ ਨੇ, ਉਹਨਾਂ ਪੁਆਇੰਟਸ ਨੂੰ ਲੈ ਕੇ
ਇੱਕ ਜਸਟਿਨ ਟਰੂਡੋ ਨੂੰ ਤੇ 60 ਹੋਰ ਮਹਿਕਮਿਆਂ ਨੂੰ ਚਿੱਠੀ ਭੇਜੀ ਜਾਏਗੀ ਜਿਹਦੇ ਵਿੱਚ ਕੁਝ ਇਸ ਕੇਸ ਦੀ ਡਿਟੇਲ ਭੇਜੀ ਜਾਏਗੀ ਕਿ ਸਾਨੂੰ ਆਹ ਡਾਕੂਮੈਂਟਸ ਆਹ ਚੀਜ਼ਾਂ ਚਾਹੀਦੀਆਂ ਨੇ ਫॉर ਐਵੀਡੈਂਸ ਪਲੱਸ ਉਹਦੇ ਖਿਲਾਫ ਜੋ ਸਾਡੇ ਕੋਲ ਪ੍ਰੂਫ ਨੇ ਉਹਦੇ ਸ਼ਾਦੀ ਦੇ ਜਾਂ ਦੂਸਰੇ ਜਾਂ ਡੈਥ ਦੇ ਜਾਂ ਮਰਡਰ ਦੇ ਜਾਂ ਉਹ ਚੈਟ ਦੇ ਰਿਲੇਟਡ ਉਹਦੀ ਟ੍ਰਾਂਸਲੇਸ਼ਨ ਉਹ ਭੇਜੀ ਜਾਏਗੀ ਪਲੱਸ ਡਿਮਾਂਡ ਕੀਤੀ ਜਾਏਗੀ ਕਿ ਉਧਰੋਂ ਇਹਦਾ ਐਕਸ਼ਨ ਇਨੀਸ਼ੀਏਟ ਕੀਤਾ ਜਾਵੇ। ਇੱਕ ਗੱਲ ਮੈਂ ਸਾਰੀ ਜਨਤਾ ਨੂੰ ਦੱਸ ਦਿੰਦਾ ਕਿ ਜਦੋਂ ਵੀ ਕਿਸੇ ਕਿਸਮ ਦੀ ਕੋਈ ਐਰਰ ਮੇਜਰ ਐਰਰ ਡਿਪਾਰਟਮੈਂਟ ਨੂੰ ਲੱਭ ਜੇ ਫੋਰ ਐਗਜ਼ਾਮਪਲ ਮੇਰਾ 5 ਅਕਤੂਬਰ ਬਰਥਡੇ ਹੈ ਤੇ 15 ਲਿਖਿਆ ਗਲਤੀ ਨਾਲ ਤੇ ਉਹ ਮਾਫ ਹੈ ਕਿਉਂਕਿ ਪਾਸਪੋਰਟ ਤੇ ਉਹ ਸੀ ਦੂਜੇ ਪਾਸਪੋਰਟ ਤੇ ਉਹ ਸੀ ਮੇਰੇ ਪੇਪਰ ਸੀ ਟਾਈਪ ਕਰਨ ਲੱਗਿਆ 15 ਹੋ ਗਿਆ ਮਾਫ ਹੈ ਪਰ ਮੈਂ ਲਿਖਦਾ ਕਿ ਮੈਂ ਕੁਆਰਾ ਮੇਰੀ ਬੱਚਾ ਵੀ ਕੋਈ ਨਹੀਂ तो दैट इज अ मेजर कंसीलमेंट। आज मेरी वाइफ है मेरा बच्चा भी है मैं ते मेरे पासपोर्ट ते स्पाउस सेंटर भी नहीं है ਤੁਹਾਨੂੰ ਮੈਂ ਇਹ ਗੱਲ ਦੱਸਾਂ ਮੰਨ ਲਓ ਬਟ ਮੈਂ ਜੋ ਡਿਕਲੇਅਰ ਕਰਦਾ ਕਿ ਯੈਸ ਆਈ ਐਮ ਮੈਰਿਡ ਆਈ ਹੈਵ ਦਿਸ ਵਾਈਫ ਡੈਫੀਨਿਟਲੀ ਆਈ ਹੈਵ ਟੂ ਗਿਵ ਦਾ ਪ੍ਰੂਫ ਤੇ ਜਦੋਂ ਉਹ ਡਾਕੂਮੈਂਟ ਸੁਨੀਲ ਮੱਲਨ ਨਹੀਂ ਵੇਖ ਪਾ ਰਿਹਾ ਜਿਹੜੇ ਸੀਆਈਸੀ ਚ ਜਾਂ ਬਾਰਡਰ ਏਜੰਸੀ ਕੋ ਚਲ ਗਏ ਨੇ ਪਰ ਜਦੋਂ ਕੋਰਟ ਦੇ ਥਰੂ ਸਮਝ ਜਾਣੇ ਆ ਬਾਰਡਰ ਏਜੰਸੀ ਨੂੰ ਬਾਰਡਰ ਏਜੰਸੀ ਨੇ ਤੇ ਕੱਢ ਕੇ ਪੱਕੀਆਂ ਠੱਪੇ ਮੋਹਰਾਂ ਲਾ ਕੇ ਇੱਕ ਚੀਜ਼ ਦੇਣੀ ਹੈ ਉਹਨਾਂ ਨੇ ਥਰੂ ਇੰਡੀਅਨ ਐਮਬੈਸੀ ਵੀ ਮੈਂ ਚਿੱਠੀ ਭੇਜ ਰਿਹਾ ਕੈਨੇਡੀਅਨ ਐਮਬੈਸੀ ਫਰਮ ਇੰਡੀਆ ਐਂਡ ਫਰਮ ਇੰਡੀਅਨ ਐਮਬੈਸੀ ਫਰਮ ਕੈਨੇਡਾ ਉਹਨਾਂ ਤੱਕ ਵੀ ਮੇਰੀਆਂ ਜਾ ਰਹੀਆਂ ਕਿ ਸਾਨੂੰ ਇਹ ਐਵੀਡੈਂਸ ਐਟਲੀਸਟ ਪ੍ਰੀਜ਼ਰਵ ਕਰ ਲਈ ਜਾਵੇ ਰਾਈਟ ਲਾਫੁਲੀ ਮੈਨੂੰ ਡਾਇਰੈਕਟ ਨਹੀਂ ਮਿਲਣੀ ਬਟ ਉਹਨੂੰ ਪ੍ਰੀਜ਼ਰਵ ਕਰਾ ਲਾਂਗਾ ਤਾਂ ਕਿ ਉਹ ਕਿਤੇ ਇਹ ਕਵੇ ਜੀ ਮੈਂ ਵਾਪਸ ਜਦੋਂ ਆਪਾਂ ਕਾਨੂੰਨ ਦੇ ਥਰੂ ਚੱਲ ਰਹੇ ਹਾਂ ਪ੍ਰੋਸੈਸ ਲੰਬਾ ਜ਼ਰੂਰ ਹੈ ਕੋਈ ਗੱਲ ਨਹੀਂ ਜੇ ਨਹੀਂ ਆਪਣਾ ਸਬਰ ਬੁਲਾ ਲਈ ਬਿਲਕੁਲ ਅੱਛਾ ਦੇਖੋ ਇੱਕ ਕੇਸ ਦੱਸ ਦਿੰਦਾ ਕਿ ਇੱਕ ਬੰਦੇ ਨੇ ਅੱਜ ਤੋਂ 26 ਸਾਲ ਪਹਿਲਾਂ ਕੋਈ ਇੰਡੀਆ 'ਚ ਕ੍ਰਾਈਮ ਕੀਤਾ ਸੀ ਰਾਈਟ ਯੂਐਸ ਸਿਟੀਜ਼ਨ ਬਣ ਚੁੱਕਾ ਸੀ ਠੀਕ ਹੈ ਜੀ 26 ਸਾਲਾਂ ਬਾਅਦ ਉਹ ਪਟਿਆਲੇ ਆਇਆ ਸੀ ਅੱਜ ਤੋਂ 8 ਮਹੀਨੇ ਪਹਿਲਾਂ ਲਾਕਡਾਊਨ ਤੋਂ ਪਹਿਲਾਂ ਠੀਕ ਹੈ ਮੇਰਾ ਟੀਵੀ ਸ਼ੋਅ ਹੈ ਉਹਦੇ ਤੇ ਵੀ ਔਰ ਉਹ ਬੰਦਾ ਅਰੈਸਟ ਹੋ ਗਿਆ ਸੀ ਉੱਥੇ ਠੀਕ ਹੈ ਸੋ ਕਾਨੂੰਨ ਦੇ ਹੱਥ ਬੜੇ ਲੰਮੇ ਨੇ ਉਹ ਢੀ ਕੇ ਤਾਂ ਕਿ ਰਹਿੰਦੀ ਹੈ ਵੀ ਕਦੋਂ ਢੀ ਪਹਿਲਾਂ ਇਕੱਲੇ ਹੱਥ ਲੰਬੇ ਸੀ ਹੁਣ ਅੱਖਾਂ ਦੀ ਨਜ਼ਰ ਬੜੀ ਲੰਬੀ ਹੋ ਚੁੱਕੀ ਹੈ ਦੂਰ ਤੱਕ ਹੋ ਚੁੱਕੀ ਹੈ ਕੰਨ ਬੜੇ ਪਤਲੇ ਹੋ ਚੁੱਕੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਟੈਕਨੋਲੋਜੀ ਜਾ ਰਹੀ ਹੈ ਸੋ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਗਈਆਂ ਸਿਰਫ ਤੇ ਸਿਰਫ ਨੀਤ ਚਾਹੀਦੀ ਹੈ ਤੇ ਦੂਜੀ ਗੱਲ ਪੈਰਵਾਈ ਕਰਨ ਵਾਲਾ ਮੇਰੇ ਵਰਗਾ ਸ਼ਦਾਈ ਚਾਹੀਦਾ ਠੀਕ ਹੈ ਕਾਨੂੰਨ ਹੈ ਭਾਵੇਂ ਕਾਨੂੰਨ ਦੀਆਂ ਧਾਰਾਵਾਂ ਜਿਹੜੀਆਂ ਨੇ ਜਾਂ ਧਾਰਾ ਦੇ ਨਾਂ ਜਿਹੜੇ ਆ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਤਰੀਕੇ ਨਾਲ ਪ੍ਰੈਜ਼ੈਂਟ ਕੀਤੇ ਜਾਂਦੇ ਹਨ ਲੇਕਿਨ ਸਾਰੇ ਜਿਹੜੇ ਮੁਲਕ ਲਗਭਗ ਸਾਰੇ ਮੁਲਕ ਜਿਹੜਾ ਸੱਚ ਹੈ ਉਹਦਾ ਸਾਥ ਦਿੰਦੇ ਨੇ ਇੱਥੇ ਮੈਂ ਬੜੀ ਵਧੀਆ ਅਪਰਾਧ ਦੇ ਖਿਲਾਫ ਸਾਰੇ ਆਵਾਜ਼ ਚੁੱਕਦੇ ਬੜੀ ਵਧੀਆ ਗੱਲ ਦੱਸਦਾ ਸ਼ਬਦ ਮਾਂ ਜੀ ਕਿਸੇ ਧਰਮ ਕਿਸੇ ਜਾਤ ਕਿਸੇ ਵਰਗ ਕਿਸੇ ਕੰਟਰੀ ਦੇ ਬੰਦੇ ਨੂੰ ਉਹਨੂੰ ਸਮਝ ਲੱਗਦੀ ਹੈ ਪਾਗਲ ਨੂੰ ਵੀ ਸਮਝਾਓਗੇ ਨਾ ਮਾਂ ਉਹ ਸਮਝਦਾ ਜੀ ਇਸ ਸ਼ਬਦ ਨੂੰ ਉਹ ਸਬਕੌਂਸ਼ੀਅਸ ਮਾਈਂਡ 'ਚ ਸ਼ਬਦ ਬਣੇਗਾ ਘਰ ਜਾਂ ਘਰ ਸਮਝ ਲੱਗਦੀ ਹੈ ਚੋਰ ਸਮਝ ਲੱਗਦਾ ਜੇ ਬੇਈਮਾਨ ਸਮਝ ਲੱਗਦਾ ਜੇ ਇਹ ਸ਼ਬਦ ਉਹ ਨੇ ਜਿਹੜੇ ਸਬਕੌਂਸ਼ੀਅਸ ਮਾਈਂਡਸ ਪਰਮਾਤਮਾ ਔਰ ਜਦੋਂ ਇਹ ਮੈਂ ਚੋਰ ਹਾਂ ਮੈਂ ਕੀਤੀ ਹੈ ਨਾ ਮੈਂ ਮੇਰਾ ਚੋਰ ਅੰਦਰ ਵਾਲਾ ਬੋਲ ਪੈਣਾ ਇੱਕ ਦਿਨ ਆਪੇ ਹੀ ਇੱਕ ਨਾ ਇੱਕ ਦਿਨ ਕੁੜੀਆਂ ਕਹਿੰਦੀਆਂ 10 ਦਿਨ ਲਈ ਇੰਡੀਆ ਗਈ ਸੀ ਜਦੋਂ ਵਿਆਹ ਕਰਾ ਕੇ ਗਈ ਹੈ ਤੇ ਆ ਕੇ ਕਹਿੰਦੀ ਕਿ ਮੈਂ ਤੇ ਵੈਸੇ ਹੀ ਘਰਦਿਆਂ ਨੂੰ ਮਿਲਣ ਗਈ ਸੀ ਚੂੜਾ ਵੀ ਨਹੀਂ ਸੀ ਪਾਇਆ ਮੰਗਲ ਸੂਤਰ ਵੀ ਨਹੀਂ ਸੀ ਪਾਇਆ ਤੇ ਇਹਨੇ ਕੋਈ ਐਸਾ ਕਪੜਾ ਲੱਤਾ ਕੋਈ ਚੀਜ਼ ਕੋਈ ਫੋਟੋ ਤੱਕ ਨਹੀਂ ਸੀ ਨਾਲ ਪਹਿਲਾਂ ਬੇਈਮਾਨਾ ਸੀ ਨਾ ਪਹਿਲਾਂ ਹੀ ਬੇਈਮਾਨਾ ਲੈ ਕੇ ਆਈ ਸੀ ਤੇ ਵਿਆਹ ਦਾ ਤਾਂ ਚਾਹ ਕੁੜੀਆਂ ਨੂੰ ਹੁੰਦਾ ਹੀ ਬਹੁਤ ਹੈ ਮੈਨੂੰ ਤੇ ਕੈਨੇਡਾ ਤੋਂ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਨਹੀਂ ਅੱਜ ਕੱਲ੍ਹ ਦੇ ਰੀਲਸ ਪੈਂਦੀਆਂ ਨੇ ਚੂੜੇ ਦੀਆਂ ਫੋਟੋਆਂ ਤੇ ਉਹ ਛੱਡ ਤੇ ਅੱਜ ਤੋਂ ਜੇ 2-3 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਟਿਕਟੌਕ ਬੜਾ ਫੇਮਸ ਸੀਗਾ ਉਦੋਂ ਲੋਕ ਹਰ ਸੋਸ਼ਲ ਮੀਡੀਆ ਤੇ ਚੂੜੇ ਦੇ ਨਾਲ ਫੋਟੋਜ਼ ਵੈਸੇ ਵੀ ਤਾਂ ਆਪੋ ਆਪਣੇ ਚਲੋ ਸ਼ੌਕ ਹੁੰਦੇ ਨੇ ਲੋਕਾਂ ਨੂੰ ਹੁੰਦੇ ਨੇ ਚਲੋ ਹੁਣ ਸਮਾਂ ਸਾਡੇ ਕੋਲ ਬਹੁਤ ਘੱਟ ਹੈਗਾ ਲੇਕਿਨ ਅਗਲੀ ਜਿਹੜੀ ਗੱਲ ਹੈ ਉਸ ਤੇ ਅਸੀਂ ਚਰਚਾ ਕਰ ਲੈਂਦੇ ਹਾਂ ਭਵਿੱਖ ਦੇ ਵਿੱਚ ਇਦਾਂ ਦੇ ਕੇਸ ਨਾ ਹੋਣ ਸੋ ਇਹਦੇ ਵਾਸਤੇ ਤੁਸੀਂ ਕੀ ਅਲਰਟ ਕਰੋਗੇ ਕਿਉਂਕਿ ਇਹ ਕੇਸ ਪਹਿਲਾ ਦੂਜਾ 10ਵਾਂ 100ਵਾਂ ਹਜ਼ਾਰਵਾਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਬੜੇ ਐਸੇ ਕੇਸ ਦਰਜ ਹੋ ਚੁੱਕੇ ਨੇ ਪਰ ਆਵਾਜ਼ ਜਿਹੜੀ ਹੈ ਲਵਪ੍ਰੀਤ ਦੇ ਥਰੂ ਚੁੱਕੀ ਗਈ ਕਿਉਂਕਿ ਲਵਪ੍ਰੀਤ ਇੱਕ ਬਹੁਤ ਵੱਡਾ ਜਿਹੜਾ ਸਟੈਪ ਆ ਚੁੱਕ ਲਿਆ ਸੀ ਅੱਗੇ ਵਾਲੇ ਟਾਈਮ ਦੇ ਵਿੱਚ ਕੋਈ ਵੀ ਜਿਹੜਾ ਮੁੰਡਾ ਕੁੜੀ ਇਹੋ ਜਿਹਾ ਸਟੈਪ ਨਾ ਚੁੱਕੇ ਕੀ ਹਦਾਇਤ ਦੋਗੇ ਕੀ ਗੱਲ ਕਰੋਗੇ ਕੀ ਸਲਾਹ ਦੋਗੇ ਸਭ ਤੋਂ ਪਹਿਲਾਂ ਤੇ ਮੈਂ ਲਵਪ੍ਰੀਤ ਦੀ ਫੈਮਿਲੀ ਨੂੰ ਕਹੂੰਗਾ ਕਿ ਸਾਨੂੰ ਵੀ ਆਪਣਾ ਪੁੱਤਰ ਸਮਝਣ ਛੋਟਾ ਭਰਾ ਸਮਝ ਲੈਣ ਉਹਦੀ ਮਦਰ ਵਾਸਤੇ ਉਹਦੇ ਫਾਦਰ ਵਾਸਤੇ ਔਰ ਅਸੀਂ ਤੁਹਾਡਾ ਸਾਥ ਦੇਵਾਂਗੇ
ਉਸ ਇਮਾਨਦਾਰੀ ਨਾਲ ਦੇਵਾਂਗੇ ਕਿ ਰੱਬ ਨੂੰ ਯਾਦ ਕਰਕੇ ਸਾਖੀ ਰਹਿ ਕੇ, ਤਾਂ ਕਿ ਪ੍ਰਮਾਤਮਾ ਸ਼ਕਤੀ ਦੇਵੇ। ਔਰ ਮੇਰੇ ਜਿੰਨੇ ਵੀ ਦਰਸ਼ਕ ਨੇ, ਮੈਨੂੰ ਅੱਜ ਤੱਕ ਬੜੇ ਕਮੈਂਟ ਆਏ ਨੇ ਹਰ ਚੈਨਲ ਤੇ ਬੜੇ ਹੀ ਪੋਜ਼ਿਟਿਵ ਕਮੈਂਟ ਨੇ, ਹਰ ਤਰ੍ਹਾਂ ਦੀ ਮਦਦ ਦਿੱਤੀ ਹੈ, ਉਹਦੇ ਲਈ ਮੈਂ ਧੰਨਵਾਦ ਵੀ ਕਹਿਣਾ ਚਾਹੁੰਦਾ। ਅੱਗੋਂ ਵੀ ਮੈਂ ਪੰਜਾਬ ਸਰਕਾਰ ਨੂੰ ਕੁਝ ਸੁਜੈਸ਼ਨਸ ਬਣਾ ਕੇ, ਵੈਸੇ ਤਾਂ ਉਹਨਾਂ ਕੋਲ ਹੀ ਬੜੇ ਬੁੱਧੀਜੀਵੀ ਬੈਠੇ ਨੇ, ਬਹੁਤ ਸਿਆਣੇ ਨੇ, ਬੇਨਤੀ ਕਰ ਸਕਦੇ ਆ, ਪ੍ਰਵਾਨ ਕਰਨਗੇ ਜੇ ਮੰਨ ਲੈਣਗੇ। ਦੇਖੋ ਮੈਂ ਵਕੀਲ ਆ, ਮੈਂ ਬੇਨਤੀਆਂ ਘੱਟ ਕਰਦਾ। ਅੱਛਾ। ਹਾਂ, ਮੈਂ ਡਾਇਰੈਕਸ਼ਨਾਂ ਦਿੰਦਾ ਜ਼ਿਆਦਾਤਰ, ਬਟ ਫਿਰ ਵੀ ਮੈਂ ਸੁਜੈਸ਼ਨਸ ਲਿਖਾਂਗਾ ਕਿ ਇਹਨਾਂ ਮੁੱਦਿਆਂ ਨੂੰ, ਜਿਵੇਂ ਸਾਡੇ ਇੱਥੇ NRI ਕਮਿਸ਼ਨ ਹੈ, ਉਹ NRI ਵੱਲੋਂ ਇੰਡੀਆ 'ਚ ਹੋਏ ਕਿਸੇ ਵੀ ਮੁੱਦੇ ਨੂੰ ਤੇ ਵੇਖਦੀ ਹੈ। ਬਟ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਕਿ NRI ਦੇ ਖਿਲਾਫ ਵਕੀਲ ਕੀ ਚੀਜ਼ ਹੈ? ਵਕੀਲ ਸਰਕਾਰਾਂ ਨੂੰ ਸਲਾਹ ਤੱਕ ਦੇ ਸਕਦੇ ਨਾ, ਜਦੋਂ ਨਹੀਂ, ਅਸਲ ਨੂੰ ਰੱਖਿਆ ਜਾਂਦਾ ਹੈ ਸਲਾਹਕਾਰ ਨੇ ਨਾ, ਸਲਾਹਕਾਰ ਹੀ ਅਸੀਂ ਡਾਇਰੈਕਸ਼ਨ ਦਿੰਦੇ ਹਾਂ। ਉਹ ਇੱਕ ਵਕੀਲ ਨੂੰ ਉਹ ਆਪਣੇ ਜਿਹੜੀਆਂ ਜਿੱਥੇ ਉਹ ਘਿਨਾਉਣੀਆਂ ਹਰਕਤਾਂ ਨੇ, ਉਹ ਉਹਨਾਂ ਵਾਸਤੇ ਆਪਣਾ ਜਿਹੜਾ ਗੱਲ ਹੈ ਸਾਰਾ ਕਰੇ, ਮੇਰਾ ਵਕੀਲ ਗਵਾਹੀ ਦਊਗਾ ਜਾਂ ਮੇਰਾ ਵਕੀਲ ਜਵਾਬ ਦੇਖੋ ਜਿਹੜੇ ਵਕੀਲ ਸਾਹਿਬ ਨੇ, ਉਹਨਾਂ ਨੇ ਕੀ ਦੱਸਣਾ? ਮੈਂ ਤੁਹਾਡਾ ਵਕੀਲ ਹਾਂ, ਤੁਸੀਂ ਮੈਨੂੰ ਜੋ ਪਿਕਚਰ ਦਿਖਾਈ ਹੈ ਮੈਂ ਉਹ ਤੂੰ ਹੀ ਅੱਗੇ ਪ੍ਰੈਜ਼ੈਂਟ ਕਰਨਾ। ਹਾਂ, ਮੈਂ ਬਹੁਤ ਖਰਾਬ ਹੋਵਾਂਗਾ ਤੇ ਤੁਹਾਨੂੰ ਕਹਾਂਗਾ ਇਹ ਗੱਲ ਨਾ ਦੱਸੀ, ਕਿਉਂਕਿ ਮੈਂ ਤੁਹਾਨੂੰ ਬਚਾਉਣਾ ਹੈ। ਅਸੀਂ ਝੂਠ ਨਹੀਂ ਬੋਲਦੇ। ਲੋਕ ਸਾਨੂੰ ਗਲਤ ਕਹਿੰਦੇ ਕਿ ਵਕੀਲ ਝੂਠ ਬੜਾ ਬੋਲਦੇ ਨੇ। ਨਾ, ਅਸੀਂ ਸੱਚ ਬੋਲਦੇ ਆ ਜਾਂ ਸੱਚ ਛੁਪਾਉਂਦੇ ਆ, ਇਹ ਸੱਚਾਈ ਹੈ। ਦੇਖੋ ਨਾ, ਲਾਅ 'ਚ ਇੱਕ ਪ੍ਰੋਵੀਜ਼ਨ ਹੈ, ਬਰਡਨ ਆਫ ਪ੍ਰੂਫ, ਕਿ ਇਹਨੂੰ ਸਾਬਤ ਕੌਣ ਕਰੇਗਾ। ਲਵਪ੍ਰੀਤ ਵਰਗੇ ਮਸਲੇ 'ਚ ਬੇਅੰਤ ਕੌਰ ਤੇ ਉਹਦੇ ਪਰਿਵਾਰ ਨੂੰ ਮੈਨੂੰ ਇੱਕ ਗੱਲ ਦਾ ਜਵਾਬ ਦੇਵੇ, ਬੇਅੰਤ ਕੌਰ ਦਾ ਪਰਿਵਾਰ, ਜਦੋਂ ਤੁਹਾਡਾ ਜਵਾਈ 3 ਸਾਲਾਂ ਤੋਂ ਇੱਥੇ ਤੁਰਿਆ ਫਿਰਦਾ ਸੀ ਵਿਚਾਰਾ ਇਕੱਲਾ ਹੀ, ਤੁਸੀਂ ਆਪਣੀ ਕੁੜੀ ਨੂੰ ਕਿਉਂ ਨਹੀਂ ਪੁੱਛਿਆ ਕਿ ਤੈਨੂੰ ਲੈ ਕੇ ਕੋਈ ਜਾਂਦੀ? ਉਹਨਾਂ ਦੀਆਂ ਅੱਖਾਂ ਖਰਾਬ ਸੀ, ਦੇਖ ਨਹੀਂ ਸੀ ਪਾ ਰਹੇ ਕਿ ਮੁੰਡਾ ਇੱਥੇ ਤੁਰਿਆ ਫਿਰਦਾ। ਬੱਚੇ ਦੀ ਸ਼ਕਲ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਖੁਸ਼ ਹੈ ਕਿ ਦੁਖੀ ਹੈ। ਇਹਦਾ ਮਤਲਬ ਉਹਨਾਂ ਨੇ ਦੇਖਣਾ ਹੀ ਨਹੀਂ ਚਾਹਿਆ। ਉਹ ਵੀ ਕਿਤੇ ਨਾ ਕਿਤੇ ਨਾਲ ਦਾ ਮਤਲਬ ਹੱਲ ਹੋ ਰਿਹਾ ਸੀ ਕਿਤੇ ਨਾ ਕਿਤੇ। ਉਹ ਕਹਿੰਦੇ ਸਾਡੀ ਕੁੜੀ ਚਲ ਗਈ, ਉਹਦੀ ਮਾਸੀ ਦੀ ਕੁੜੀ, ਚਾਚੇ ਦੀ ਕੁੜੀ, ਸੋ ਕਾਲਡ, ਉਹਨਾਂ ਸਭ ਦਾ ਇਹੋ ਰਿਵਾਜ ਹੈ। ਖਾਨਦਾਨੀ ਰੀਤੀ ਰਿਵਾਜ। ਮੈਂ ਤੇ ਕਹਿੰਦਾ ਵੀ ਇਹੋ ਜਿਹੇ ਗੰਦੇ ਕੰਮ ਹੀ ਕਰਨੇ ਜਿਹੜੇ ਵੀ ਮਾਪਿਓ ਨੇ, ਚਾਹੇ ਉਹ ਮੁੰਡਾ ਹੈ ਚਾਹੇ ਕੁੜੀ, ਜਿਹੜਾ ਬਾਹਰ ਜਾ ਰਿਹਾ ਤੇ ਉਹਨਾਂ ਦੇ ਹਰਾਸਟ ਸਪਾਊਸ ਬੈਠੇ ਨੇ। ਕੋਈ ਘਟੀਆ ਕੰਮ ਇਸ ਤੋਂ ਘਟੀਆ ਹੋਰ ਨਹੀਂ ਲੱਭਦਾ ਤੁਹਾਨੂੰ, ਆਪਣੇ ਮੱਥੇ ਤੇ ਉੱਥੇ ਵੀ ਲਵਾ ਲਓ, ਇਸ ਕੰਮ ਬੈਠੇ ਹੋ। ਇਸ ਤੋਂ ਬਾਅਦ ਮੈਂ ਜਿਹੜੇ ਜਸਟਿਨ ਟਰੂਡੋ ਸਰ ਨੂੰ ਚਿੱਠੀ ਲਿਖ ਰਿਹਾ ਜਾਂ ਉਹਨਾਂ ਦੇ ਮਹਿਕਮੇ ਨੂੰ ਕਿ ਉੱਥੇ ਇੱਕ ਐਸਾ ਪੋਰਟਲ ਬਣਾ ਦਿਓ ਸਾਨੂੰ, ਜਿਹਦੇ ਵਿੱਚ ਮੇਰੀ ਵਾਈਫ ਕੈਨੇਡਾ ਚਲ ਗਈ ਹੈ ਤੇ ਮੈਂ ਉੱਥੇ ਇੰਟੀਮੇਸ਼ਨ ਦੇ ਸਕਾਂ ਵੀ ਆਹ ਪਾਸਪੋਰਟ ਨੰਬਰ ਹੈ, ਆਹ ਲੇਡੀ ਹੈ, ਆਹ ਕੁੜੀ ਹੈ, ਐਸ ਕਾਲਜ, ਬਸ ਸਿਰਫ ਪਾਸਪੋਰਟ ਨੰਬਰ, ਆਪਣੀ ਡਿਟੇਲ ਦੇ ਦਿਓ, ਮੇਰੇ ਨਾਲ ਮੈਰਿਡ ਹੈ ਤੇ ਆਹ ਲਓ ਮੈਰਿਜ ਸਰਟੀਫਿਕੇਟ ਜਾਂ ਗੁਰਦੁਆਰੇ ਦਾ ਸਰਟੀਫਿਕੇਟ, ਜੇ ਮੈਰਿਜ ਸਰਟੀਫਿਕੇਟ ਨਹੀਂ ਬਣਿਆ, ਤਾਂ ਕਿ ਜਦੋਂ ਵੀ ਉਹ ਝੂਠਾ ਅਪਲਾਈ ਕਰੇ ਤੇ ਫੜੀ ਜਾਵੇ। So I have a request to the international government. They should create a portal where we can upload our facts with the passport number of both the parties as well as details of both the parties with the marital status of the parties, so that if anybody will apply for PR or for work permit for anything, they should be caught red-handed. So authenticity can be demanded from the Indian government or the respective authority from India, as well as care can be given by the international government. This is the first step to prevent fraud and this type of mischief. Agents are there who are misleading. Some agents are very good, but still, if we will interact with the person directly, we will come to know about the truth. And if some person giving wrong information, let them suffer. ਕਿਤੇ ਤੇ ਠੱਲ ਪਏਗੀ, ਕਿਤੇ ਤੇ ਠੱਲ ਪਏਗੀ। ਸੱਚ ਕਿੰਨਾ ਟਾਈਮ ਲੱਗੋ। ਦੇਖੋ ਨਾ, ਮੇਰੀ ਵਾਈਫ ਚਲ ਗਈ ਹੈ, ਸੁਣਦੀ ਨਹੀਂ ਪਈ ਤੇ ਮੈਂ ਡਿਟੇਲ ਪਾਤੀ, ਉਹਨੇ ਉੱਥੇ ਝੂਠਾ ਪਾਤਾ, ਰੁਕ ਜਾਏਗੀ। ਠੀਕ ਹੈ, ਬੜਾ ਫਰਕ ਉੱਥੇ ਹੀ ਉਹਨਾਂ ਦਾ ਰੁਕ ਜਾਏਗਾ। ਨਹੀਂ ਤਾਂ ਜੇ ਵਾਈਫ ਦਾ ਪਾਇਆ, ਜਦ ਤੱਕ ਉਹ ਤਲਾਕ ਨਹੀਂ ਲੈਂਦੀ, ਆਪਣੇ ਨੂੰ ਸੱਦੀ ਨਹੀਂ। ਔਰ ਦੂਜੀ ਗੱਲ, ਮੈਂ ਤੁਹਾਨੂੰ ਸਾਰੇ ਜਿਹੜੇ ਇੰਡੀਆ 'ਚ ਫਸੇ ਉਹਨਾਂ ਨੂੰ ਵੀ ਦੱਸ ਦਿੰਦਾ, ਤੁਸੀਂ ਇਹੋ ਜਿਹੇ ਕੰਮਾਂ 'ਚ ਨਾ ਜਾਓ ਕਿ ਮੇਰੇ ਕੋਲ ਪੈਸੇ ਲਵਾ ਕੇ ਭੱਜ ਗਈ ਹੈ, ਉਹਦੀ ਉਧਰ ਦੀ ਪ੍ਰਾਪਰਟੀ 'ਚ ਹਿੱਸਾ ਮੰਗੋ, ਇੰਜੰਕਸ਼ਨ ਸੂਟ ਫਾਈਲ ਕਰੋ। ਇੰਡੀਆ 'ਚ ਵੀ ਤੇ ਉਧਰਲੇ ਵਕੀਲ ਨਾਲ ਵੀ ਉਹ ਅਸੀਂ ਵੀ ਤੁਹਾਡਾ ਕਰਾ ਦਾਂਗੇ। ਜਦੋਂ ਉਹਦੇ ਕੋਲੋਂ ਖਰਚਾ ਮੰਗੋਗੇ ਜਾਂ ਉਹਦੇ ਨਾਲ ਇਹੋ ਜਿਹੇ ਕੰਮ ਕਰੋਗੇ, ਹੋਰ ਇਹੋ ਜਿਹੇ ਬੜੇ ਲੁਕੋਨੇ ਆ ਸਾਡੇ ਕੋਲ। ਸੋ ਉਹਨਾਂ ਦੇ ਧਿਆਨ ਰੱਖੋ, ਜਦੋਂ ਉਹਨਾਂ ਤੇ ਸ਼ਿਕੰਜਾ ਚੜਦਾ ਤੇ ਡੈਫੀਨੇਟਲੀ ਬਾਹਰ ਅਗਲੇ ਸਟੈਪ ਚੁੱਕਣਗੇ, ਆਪੇ ਲੈ ਕੇ ਜਾਓਗੇ, ਨਹੀਂ ਤੇ ਆਪੇ ਅੜਿੱਕੇ ਜੜੀ ਇਹਦਾ ਪੈਸੇ ਦਿੰਦੇ ਰਹੋਗੇ, ਫਿਰ ਕਮਾਈ ਕਰ, ਫਿਰ ਵੇਖੀ ਜਾਏਗੀ। ਠੀਕ ਹੈ ਜੀ।
ਸੋ ਤੁਹਾਡੇ ਮਨ 'ਚ ਵੀ ਬਹੁਤ ਸਾਰੇ ਸਵਾਲ ਹੋਣਗੇ, ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਤੁਸੀਂ ਚਰਚਾ ਕਰ ਸਕਦੇ ਹੋ। ਵੇਲਾ ਸਾਡੀ ਪੰਚਾਇਤ ਤੋਂ ਸਾਡੇ ਇਵਨ ਕਮੈਂਟ ਬਾਕਸ ਵਿੱਚ ਭੇਜੋ ਜੋ ਤੁਹਾਡੀ ਲੋੜ ਹੈ, ਅਸੀਂ ਤੁਹਾਨੂੰ ਦੱਸਾਂਗੇ। ਰੁਝੇ ਵਿੱਚੋਂ ਸਮਾਂ ਦੇਣ ਲਈ ਬੰਦਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਜੀ। ਫਿਰ ਮਿਲਾਂਗੇ ਲਵਪ੍ਰੀਤ ਦੇ ਮੈਟਰ ਤੇ ਹਲੇ ਬਹੁਤ ਸਾਰੀਆਂ ਚਰਚਾਵਾਂ ਕਰਨੀਆਂ ਜੀ। ਸੋ ਅਗਲੇ ਸ਼ੋਅ 'ਚ ਕਾਫੀ ਗੰਭੀਰ ਚਰਚਾ ਕਰਾਂਗੇ, ਉਹਦੇ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਸੁਣਿਆ ਆਪਣੇ ਦਰਸ਼ਕਾਂ ਨੂੰ ਹੋਰ ਦੇ ਦਿੰਦਾ ਜੀ। ਮੰਗਲਵਾਰ ਦੇ ਦਿਨ ਸ਼ਾਇਦ ਮੰਗਲਵਾਰ ਦੇ ਦਿਨ ਅਸੀਂ ਉੱਥੇ ਧਰਨਾ ਦੇਣਾ ਹੈ। ਬਰਨਾਲੇ ਹੀ ਉੱਥੇ ਧਨੌਲਾ ਪਿੰਡ ਦੇ ਨਾਲ ਮੇਨ ਰੋਡ ਦੇ ਕੋਲ। ਤੇ ਜਿਹੜੇ ਵੀ ਸਾਡੇ ਭੈਣ ਭਰਾ ਸਾਡੇ ਨਾਲ ਲਾਈਵ ਜੁੜ ਸਕਣਗੇ ਉਦੋਂ ਲਾਈਵ ਜੁੜਿਓ, ਔਰ ਜੋ ਤੁਸੀਂ ਸਪੋਰਟ ਕਰ ਸਕਦੇ ਹੋ ਉਹਨੂੰ ਸਪੋਰਟ ਕਰਿਓ। ਜੇ ਉੱਥੇ ਪਹੁੰਚ ਸਕਦੇ ਹੋ ਤਾਂ ਉੱਥੇ ਪਹੁੰਚਿਓ ਜ਼ਰੂਰ, ਅਦਰਵਾਈਜ਼ ਜੋ ਵੀ ਤੁਹਾਡਾ ਸਹਿਯੋਗ ਤਰੀਕੇ ਨਾਲ ਕਰ ਸਕਦੇ ਕਰਿਓ। ਤੇ ਬਾਕੀ ਮਨ 'ਚ ਕੋਈ ਵੀ ਸਵਾਲ ਹੈ, ਕਮੈਂਟ ਸੈਕਸ਼ਨ 24 ਘੰਟੇ ਤੁਹਾਡੇ ਵਾਸਤੇ ਖੁੱਲ੍ਹਾ ਹੈ, ਤੁਸੀਂ ਆਪਣਾ ਜਿਹੜਾ ਵੱਧ ਚੜ ਕੇ ਸਹਿਯੋਗ ਕਰ ਸਕਦੇ ਹੋ। ਤੇ ਜੇਕਰ ਤੁਹਾਨੂੰ ਅੱਜ ਸਾਡੀ ਚਰਚਾ ਜਿਹੜੀ ਹੈ ਉਹ ਜਾਇਜ਼ ਲੱਗੀ, ਸਹੀ ਲੱਗੀ, ਤਾਂ ਪਲੀਜ਼ ਇਹਨੂੰ ਸ਼ੇਅਰ ਕਰਨਾ ਨਾ ਭੁੱਲਿਓ, ਤਾਂ ਕਿ ਹੋਰ ਵੀ ਜਿਹੜੇ ਲੋਕ ਹੈ ਅਵੇਅਰ ਹੋ ਸਕਣ। ਤੇ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ, ਕਾਲ ਕਰਕੇ ਹੌਸਲਾ ਅਫਜ਼ਾਈ ਜ਼ਰੂਰ ਕਰਿਓ, ਆਪਣੇ ਸਵਾਲ ਜ਼ਰੂਰ ਸਾਂਝੇ ਕਰਿਓ। ਰੱਖੋ ਧਿਆਨ, ਫਿਰ ਮਿਲਾਂਗੇ, ਹੋਰ ਵੱਖ-ਵੱਖ ਮੁੱਦਿਆਂ ਤੇ ਵੀ ਚਰਚਾ ਕਰਾਂਗੇ ਤੇ ਲਵਪ੍ਰੀਤ ਦੀ ਕਹਾਣੀ ਨਾਲ ਜੁੜੀਆਂ ਹੋਰ ਵੀ ਜਿਹੜੀਆਂ ਅਣਸੁਲਝੀਆਂ ਗੁੱਥੀਆਂ ਨੇ ਉਹਨਾਂ ਨੂੰ ਸੁਲਝਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਰਹਾਂਗੇ। ਸੋ ਤੁਸੀਂ ਰੱਖੋ ਧਿਆਨ ਤੇ ਦੇਖਦੇ ਰਿਹਾ ਕਰੋ ਸਾਡਾ ਖਾਸ ਸ਼ੋਅ ਦ ਫੋਕਸ ਸ਼ੋਅ ਦਾ ਪ੍ਰੋਗਰਾਮ ਫੋਕਸ ਲੋ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।